ਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਵਡਭਾਗੀ ਸਤ ਸੰਗੀ ਜਨੋ, ਆਪ ਵਡਭਾਗੇ ਹੋ ਜੋ ਹਰ ਰੋਜ਼ ਦੀ ਤਰ੍ਹਾਂ ਗੁਰ ਇਤਿਹਾਸ ਦੀ ਕਥਾ ਸ਼ਰਵਨ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਹੋ। ਆਪ ਜੀ ਨੇ ਇਸ ਤੋਂ ਪਹਿਲੇ ਪ੍ਰਸੰਗ ਦੇ ਵਿੱਚ ਸ਼ਰਵਣ ਕੀਤਾ ਹੈ, ਜਿਸ ਵੇਲੇ ਜਲੰਧਰ ਦਾ ਸੂਬਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਵਾਬ ਦੂਤ ਦੇ ਕੋਲੋਂ ਸੁਣਦਾ ਹੈ, ਉਸੇ ਵੇਲੇ ਇਸ ਨੇ ਹੁਕਮ ਦੇ ਦਿੱਤਾ ਕਿ ਫੌਜਾਂ ਦੀ ਚੜ੍ਹਾਈ ਕਰਨਾ ਕਰੋ। ਸਭ ਤੋਂ ਅੱਗੇ ਇਸ ਨੇ ਮੁਹੰਮਦ ਖਾਨ ਨੂੰ ਤੋਰਨਾ ਕੀਤਾ। ਇੱਧਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਜੋ ਸਤਿਗੁਰੂ ਜੀ ਦਾ ਸਿੱਖ ਸੀ ਭਾਈ ਜੱਟੂ, ਸਤਿਗੁਰੂ ਜੀ ਨੇ ਉਸ ਨੂੰ ਅੱਗੇ ਤੋਰਨਾ ਕੀਤਾ ਜੰਗ ਲੜਨ ਵਾਸਤੇ। ਦੋਨਾਂ ਪਾਸਿਆਂ ਤੋਂ ਜੰਗ ਸ਼ੁਰੂ ਹੁੰਦਾ ਹੈ। ਬੜਾ ਭਿਆਨਕ ਜੰਗ ਆਰੰਭ ਹੋਇਆ। ਸੂਰਮੇ ਦੋਨਾਂ ਪਾਸਿਆਂ ਤੋਂ ਪਹਿਲੋਂ ਗੋਲੀਆਂ ਚਲਾਉਂਦੇ ਨੇ, ਉਸ ਤੋਂ ਬਾਅਦ ਹੱਥੋਂ ਹੱਥੀ ਹੋ ਜਾਂਦੇ ਨੇ, ਕਿਰਪਾਨਾਂ ਦੇ ਨਾਲ ਜੰਗ ਕਰਨਾ ਸ਼ੁਰੂ ਕਰ ਦਿੰਦੇ ਨੇ। ਜਿਸ ਵੇਲੇ ਭਾਈ ਜੱਟੂ ਨੇ ਬੜਾ ਭਿਆਨਕ ਜੰਗ ਲੜਿਆ, ਉਸ ਵੇਲੇ ਇਹ ਜਿਹੜੇ ਤੁਰਕ ਸਨ ਮੈਦਾਨ ਛੱਡ ਕੇ ਦੌੜਨੇ ਸ਼ੁਰੂ ਹੋ ਜਾਂਦੇ ਨੇ। ਜਿਸ ਵੇਲੇ ਅਬਦੁੱਲ ਖਾਨ ਨੇ ਜਲੰਧਰ ਦੇ ਸੂਬੇ ਨੇ ਵੇਖਣਾ ਕੀਤਾ, ਉਸ ਵੇਲੇ ਇਹ ਬੈਰਮ ਖਾਨ ਨੂੰ ਤਿਆਰ ਕਰਦਾ, ਕਹਿਣ ਲੱਗਿਆ ਕਿ ਤੂੰ ਆਪਣੇ ਜਿਹੜੇ 1000 ਸੂਰਮੇ ਨੇ ਉਹਨਾਂ ਨੂੰ ਲੈ ਕੇ ਪਹੁੰਚਣਾ ਕਰ। ਇੱਧਰੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਾਈ ਕਲਿਆਣੀ ਨੂੰ ਤਿਆਰ ਕਰਕੇ ਭੇਜਣਾ ਕੀਤਾ। ਜਿਸ ਤਰ੍ਹਾਂ ਸੂਰਮੇ ਜੰਗ ਲੜਦੇ ਨੇ, ਜੰਗ ਦੇ ਵਿੱਚ ਭਾਈ ਜੱਟੂ ਜਿਹੜੇ ਨੇ ਇਹ ਆਪਣੇ ਪ੍ਰਾਣ ਤਿਆਗਦੇ ਨੇ, ਉੱਧਰੋਂ ਮੁਹੰਮਦ ਖਾਨ ਜਿਹੜਾ ਉਹ ਆਪਣੇ ਪ੍ਰਾਣ ਤਿਆਗਦਾ। ਜਿਸ ਤਰ੍ਹਾਂ ਸਤਿਗੁਰੂ ਜੀ ਇਹ ਰੋਹੇਲੇ ਦਾ ਜੰਗ ਕਰਦੇ ਨੇ, ਸੋ ਪਾਵਨ ਜਸ ਸਰਵਨ ਕਰਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦਿਆਂ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹੜੀਆਂ ਕਿਰਪਾਨਾਂ ਨੇ ਇਸ ਤਰ੍ਹਾਂ ਉਸ ਵੇਲੇ ਚਮਕਦੀਆਂ ਨੇ, ਕਹਿੰਦੇ ਜਿਵੇਂ ਬਿਜਲੀ ਚਮਕਦੀ ਹੈ। ਸੂਰਮਿਆਂ ਦੇ ਸਰੀਰ ਦੇ ਉੱਤੇ ਜਿਹੜੇ ਜ਼ਖਮ ਲੱਗੇ ਨੇ, ਉਹਨਾਂ ਤੋਂ ਜਦੋਂ ਖੂਨ ਨਿਕਲਦਾ ਤੇ ਕੱਪੜੇ ਸਾਰੇ ਜਿਹੜੇ ਨੇ ਉਹ ਲਾਲ ਰੰਗ ਦੇ ਹੋ ਗਏ ਹਨ। ਤੇ ਕਹਿੰਦੇ ਕਿਸੇ ਦੀ ਬਾਂਹ ਮੋਢਿਆਂ ਤੋਂ ਕੱਟੀ ਗਈ, ਕਿਸੇ ਦੀ ਬਾਂਹ ਕੱਟ ਕੇ ਧਰਤੀ 'ਤੇ ਡਿੱਗ ਪਈ। ਇਸ ਤਰ੍ਹਾਂ ਇਹ ਜੰਗ ਜਿਹੜਾ ਹੈ ਬੜਾ ਭਿਆਨਕ ਸੂਰਮਿਆਂ ਨੇ ਲੜਨਾ ਕੀਤਾ। ਗਰੀਬ ਕੱਟੀ ਕਿਸ, ਜਾਮ ਕੱਟੀ ਕਿਸ, ਛਾਤੀ ਫਟੀ ਕੇ ਖਾਏ ਉਚਾਰੇ। ਤੇ ਕਿਸੇ ਦੀ ਉਸ ਵੇਲੇ ਗਰਦਨ ਜਿਹੜੀ ਉਹ ਕੱਟੀ ਗਈ, ਕਿਸੇ ਦੀ ਜੰਗ ਕਹਿੰਦੇ ਲੱਤ ਕੱਟੀ ਗਈ, ਕਿਸੇ ਦੀ ਛਾਤੀ ਦੇ ਵਿੱਚ ਬੰਦੂਕਾਂ ਦੀਆਂ ਗੋਲੀਆਂ ਲੱਗੀਆਂ ਤੇ ਕੋਈ ਧਰਤੀ 'ਤੇ ਡਿੱਗਿਆ ਹੋਇਆ। ਉਸ ਵੇਲੇ ਹਾਏ ਹਾਏ ਪੁਕਾਰਦਾ, ਕੋਈ ਪਾਣੀ ਮੰਗਦਾ, ਕਿਸੇ ਨੂੰ ਪਾਣੀ ਨਹੀਂ ਪ੍ਰਾਪਤ ਹੁੰਦਾ। ਇਸ ਤਰ੍ਹਾਂ ਦੀ ਹਾਲਤ ਉਸ ਵੇਲੇ ਜੰਗ ਦੇ ਵਿੱਚ ਬਣੀ ਹੈ। ਲੋਥ ਪੈ ਲੋਥ ਗਈ ਗਿਰ ਕੇ
ਤੇ ਉਸ ਵੇਲੇ ਲੋਥਾਂ ਤੇ ਲੋਥਾਂ ਡਿੱਗ ਪਈਆਂ ਨੇ ਤੇ ਕਹਿੰਦੇ ਉਸ ਵੇਲੇ ਖੂਨ ਦੇ ਪਰਨਾਲੇ ਇਹਨਾਂ ਦੇ ਸਰੀਰਾਂ ਦੇ ਵਿੱਚੋਂ ਚੱਲਦੇ ਹਨ। ਬੋਲਤ ਘਾਵ ਭਗਾ ਭਗ ਬ੍ਰਿੰਦ ਗਿਰੇ ਹੋਏ ਘਾਇਲ ਜਾਤ ਪੁਕਾਰੇ। ਤੇ ਜਿਹੜੇ ਸਰੀਰਾਂ ਦੇ ਵਿੱਚ ਉਸ ਵੇਲੇ ਜ਼ਖਮ ਲੱਗੇ ਨੇ ਉਹਨਾਂ ਦੇ ਜ਼ਖਮਾਂ ਦੇ ਵਿੱਚੋਂ ਜਿਸ ਵੇਲੇ ਖੂਨ ਨਿਕਲਦਾ ਹੈ ਉਹਨਾਂ ਦੇ ਵਿੱਚੋਂ ਕਹਿੰਦੇ ਭੱਕ ਭੱਕ ਦੀ ਆਵਾਜ਼ ਆਉਂਦੀ ਹੈ ਤੇ ਪਏ ਹੋਏ ਸੂਰਮੇ ਉਸ ਵੇਲੇ ਪੁਕਾਰਦੇ ਹਨ। ਹਾਥ ਮੈਂ ਤਰਵਾਰ ਨਹੀਂ ਨਿਕ ਸੇਤਨ ਪ੍ਰਾਨ ਪੈ ਨਾਹਿ ਡਾਰੇ। ਤੇ ਕੋਈ ਇਹੋ ਜਿਹੇ ਸੂਰਮੇ ਨੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਤਲਵਾਰਾਂ ਪਕੜੀਆਂ ਨੇ। ਉਹ ਜੰਗ ਕਰਦੇ ਕਰਦੇ ਪ੍ਰਾਣ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਨਿਕਲ ਗਏ ਪਰ ਫਿਰ ਵੀ ਕਹਿੰਦੇ ਉਹਨਾਂ ਨੇ ਤਲਵਾਰਾਂ ਜਿਹੜੀਆਂ ਨੇ ਬੜੀਆਂ ਘੁੱਟ ਕੇ ਆਪਣੀ ਮੁੱਠੀ ਦੇ ਵਿੱਚ ਪਕੜਨੀਆਂ ਕੀਤੀਆਂ ਹਨ। ਬਾਇਸ ਗੀਰ ਗੁਮਾਏ ਮਹਾ ਬੜ ਕੰਕ ਅਗਾਤ ਹੈ ਮਾਸ ਆਹਾਰੀ। ਉਸ ਵੇਲੇ ਮਾਸ ਖਾਣ ਵਾਲੇ ਜਿਹੜੇ ਪੰਛੀ ਆਦਿਕ ਨੇ, ਕਾਂ ਆਦਿਕ, ਗਿੱਲਾਂ ਆਦਿਕ, ਗਿਰਜਾਂ ਆਦਿਕ ਜਿਹੜੀਆਂ ਨੇ ਤੇ ਕਹਿੰਦੇ ਉਸ ਵੇਲੇ ਗਿੱਦੜ ਤੇ ਗਿੱਦੜੀਆਂ ਆਦਿਕ ਜਿਹੜੇ ਨੇ ਸੂਰਮਿਆਂ ਦਾ ਮਾਸ ਨੋਚ ਨੋਚ ਕੇ ਖਾਂਦੇ ਹਨ। ਦੋਹਰਾ ਇਤ ਗੁਰ ਕੋ ਬੜ ਸੂਰਮਾ ਜਟੂ ਅਰਿਓ ਹੰਕਾਰ। ਇੱਧਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜੋ ਬੜਾ ਬਹਾਦਰ ਸੂਰਮਾ ਸੀ ਭਾਈ ਜੱਟੂ, ਇਹ ਤੁਰਕਾਂ ਦੇ ਸਾਹਮਣੇ ਅੜ ਜਾਂਦਾ ਹੈ, ਤੁਰਕਾਂ ਨੂੰ ਰੋਕਣਾ ਕਰਦਾ ਹੈ। ਖਾਨ ਮੁਹੰਮਦ ਤੁਰਕ ਕੋ ਦੋਨੋਂ ਭੇਦ ਜਾਰ। ਤੇ ਦੂਸਰੇ ਪਾਸੇ ਮੁਹੰਮਦ ਖਾਨ ਸੀ ਜਿਹੜਾ ਅਬਦੁੱਲ ਖਾਨ ਨੇ ਜਿਸ ਨੂੰ ਸਭ ਤੋਂ ਪਹਿਲਾਂ ਭੇਜਣਾ ਕੀਤਾ। ਮੁਹੰਮਦ ਖਾਨ ਤੇ ਸਤਿਗੁਰੂ ਜੀ ਦੇ ਪਿਆਰ ਵਾਲਾ ਇਹ ਸਿੱਖ ਭਾਈ ਜੱਟੂ ਦੋਨੋਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਵੰਗਾਰਨਾ ਕਰਦੇ ਨੇ। ਨਰਾਜ ਛੰਦ ਤਬੈ ਸੁਕੋਪ ਸਿੱਖ ਵੈ ਕਰੇ ਕਿਰਪਾਨ ਨੰਗਿਆ। ਉਸ ਵੇਲੇ ਕਹਿੰਦੇ ਸਿੱਖ ਜਿਹੜੇ ਸਨ ਬੜੇ ਕੋਪ ਗੁੱਸੇ ਦੇ ਵਿੱਚ ਆਏ ਤੇ ਇਹਨਾਂ ਨੇ ਤਲਵਾਰਾਂ ਜਿਹੜੀਆਂ ਸਨ ਨੰਗੀਆਂ ਕਰਨੀਆਂ ਕੀਤੀਆਂ, ਮਿਆਨ ਦੇ ਵਿੱਚੋਂ ਬਾਰੀਆਂ ਕੱਢਣੀਆਂ ਕੀਤੀਆਂ। ਪ੍ਰਹਾਰ ਬਾਰ ਬਾਰ ਹੀ ਸੁਰੰਗ ਰੰਗ ਜੰਗਿਆ। ਤੇ ਉਸ ਵੇਲੇ ਤਲਵਾਰਾਂ ਦੇ ਵਾਰ ਵਾਰ ਕਰਨੇ ਕੀਤੇ ਜਿਹਦੇ ਨਾਲ ਤਲਵਾਰਾਂ ਜਿਹੜੀਆਂ ਸਨ ਲਹੂ ਦੇ ਨਾਲ ਖੂਨ ਦੇ ਨਾਲ ਲੱਥ ਪੱਥ ਹੋ ਜਾਂਦੀਆਂ ਹਨ। ਕੜਾ ਕੜੀ ਮਚਾਏ ਕਾਲ ਜਿਹੀ ਸੀ। ਉਸ ਵੇਲੇ ਕਹਿੰਦੇ ਕੜਾ ਕੜੀ ਮਚਾ ਦਿੱਤੀ। ਤਲਵਾਰ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਕਾਲ ਦੀ ਜੀਭ ਹੋਵੇ, ਜਿਹਨੂੰ ਤਲਵਾਰ ਲੱਗਦੀ ਹੈ ਉਹ ਧਰਤੀ 'ਤੇ ਡਿੱਗ ਪਿਆ ਕਰਦਾ। ਉਭਾਰ ਮਾਰ ਮਾਰ ਕੇ ਪੁਕਾਰ ਕਾਲ ਸ਼ੀਹ ਸੀ। ਤੇ ਕਹਿੰਦੇ ਤਲਵਾਰਾਂ ਜਿਸ ਨੂੰ ਵੱਜਦੀਆਂ ਨੇ ਉਸ ਵੇਲੇ ਪੁਕਾਰਦੇ ਨੇ, ਉਸ ਵੇਲੇ ਉਹ ਰੌਲਾ ਪਾਉਂਦੇ ਨੇ ਜਿਨ੍ਹਾਂ ਦੇ ਉੱਤੇ ਵਾਰ ਹੁੰਦੇ ਨੇ। ਸਤਹੀਰ ਵੀਰ ਵੀਰ ਕੈ ਸਰੀਰ ਕਾਟ ਡਾਰਤੇ। ਤੇ ਕਹਿੰਦੇ ਸੂਰਮੇ ਜਿਹੜੇ ਨੇ ਨਾ ਬੜੇ ਧੀਰਜ ਦੇ ਨਾਲ ਲੜਦੇ ਨੇ। ਜੋ ਵੀ ਦੁਸ਼ਮਣ ਸਾਹਮਣੇ ਆਉਂਦਾ ਕਹਿੰਦੇ ਉਹਨੂੰ ਕੱਟ ਕੇ ਧਰਤੀ 'ਤੇ ਡੇਗ ਦਿੰਦੇ ਨੇ। ਅਪੀਰ ਪੀਰ ਨਾ ਗਿਨੈ ਸਮੂਹ ਸ਼ਤਰ ਮਾਰਤੇ। ਤੇ ਕਹਿੰਦੇ ਜਦੋਂ ਸੂਰਮੇ ਮਾਰਦੇ ਨੇ ਨਾ ਉਸ ਵੇਲੇ ਕੋਈ ਗਿਣਤੀ ਮਿਣਤੀ ਨਹੀਂ ਕਰਦੇ। ਜਿਹੜੇ ਸੂਰਮੇ ਨੇ ਉਹ ਡਰਦੇ ਨਹੀਂ, ਮਾਰਨ ਲੱਗਿਆਂ ਕਿਸੇ ਨੂੰ ਉਸ ਵੇਲੇ ਬੜੇ ਹੌਸਲੇ ਦੇ ਨਾਲ ਮਾਰਨਾ ਕਰਦੇ ਨੇ। ਕਮੰਡ ਜੰਗ ਕੋ ਪਰਿਓ ਪ੍ਰਚੰਡ ਸੂਰਮਾਨ ਤੇ। ਜਿਹੜੇ ਸੂਰਮੇ ਸਨ ਬੜੇ ਬਹਾਦਰੀ ਦੇ ਨਾਲ ਲੜਦੇ ਨੇ ਤੇ ਮੈਦਾਨ ਜੰਗ ਦਾ ਜਿਹੜਾ ਸੀ ਬੜਾ ਉਸ ਵੇਲੇ ਭਿਆਨਕ ਹੋ ਗਿਆ ਜਦੋਂ ਸੂਰਮੇ ਇੱਕ ਦੂਜੇ ਦੇ ਨਾਲ ਹੱਥੋਂ ਹੱਥੀ ਹੋ ਜਾਂਦੇ ਨੇ। ਵਿਰੰਤ ਖੰਡ ਖੰਡ ਹਵੈ ਨ ਪੰਡ ਤੁੰਡ ਠਾਨ ਤੇ ਸੂਰਮੇ ਜਿਹੜੇ ਨੇ ਪਿੱਛੇ ਨਹੀਂ ਹਟਦੇ, ਉਹਨਾਂ ਦੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ, ਧਰਤੀ 'ਤੇ ਡਿੱਗ ਜਾਂਦੇ ਨੇ, ਮਿੱਟੀ ਵਿੱਚ ਮਿਲ ਜਾਂਦੇ ਨੇ, ਪਰ ਕਹਿੰਦੇ ਉਸ ਵੇਲੇ ਜੰਗ ਲੜਦੇ ਪਿੱਛੇ ਨਹੀਂ ਹਟਦੇ। ਪਾਧੜੀ ਛੰਦ
तब अरियो मुहम्मद खान आन जट्टू सुबीर जह जुद ठान। ਜਿੱਥੇ ਭਾਈ ਜੱਟੂ ਜੀ ਯੁੱਧ ਕਰਦੇ ਸਨ, ਇਹ ਮੁਹੰਮਦ ਖਾਨ ਜਿਹੜਾ ਅਬਦੁੱਲ ਖਾਨ ਦਾ ਸੂਰਮਾ ਸੀ, ਇਹ ਆਇਆ ਤੇ ਇਹਨੇ ਉਸ ਵੇਲੇ ਜੱਟੂ ਨੂੰ ਵਗਾਰਨਾ ਕੀਤਾ। ਇਹਨੇ ਜੱਟੂ ਦੇ ਸਾਹਮਣੇ ਆ ਕੇ ਅੜਨਾ ਕੀਤਾ। बरखंद बहुत गुल का लगंत पट भरे सोण सूरा बगंत। ਕਹਿੰਦੇ ਉਸ ਵੇਲੇ ਇਹ ਜਿਹੜਾ ਸੀ ਨਾ ਮੁਹੰਮਦ ਖਾਨ, ਇਹ ਬੰਦੂਕਾਂ ਦੀਆਂ ਗੋਲੀਆਂ ਚਲਾਉਂਦਾ, ਜਿਹਦੇ ਨਾਲ ਸੂਰਮੇ ਜਿਹੜੇ ਸਨ ਉਹਨਾਂ ਦੇ ਸਰੀਰ ਜਿਹੜੇ ਸਨ ਖੂਨ ਦੇ ਨਾਲ ਲੱਥ-ਪੱਥ ਹੋ ਗਏ, ਜਿਨ੍ਹਾਂ ਨੂੰ ਇਹ ਗੋਲੀਆਂ ਲੱਗਦੀਆਂ ਨੇ। ਰਿਸ ਭਰਿਓ ਮੁਹੰਮਦ ਖਾਨ ਭਾਗ ਮਹਿ ਭਾਗ ਖਰੋ ਰੋਹ ਜੀਤ ਕਾਂਖ। ਤੇ ਕਹਿੰਦੇ ਮੁਹੰਮਦ ਖਾਨ ਜਿਹੜਾ ਸੀ ਬੜੇ ਗੁੱਸੇ ਦੇ ਵਿੱਚ, ਬੜੇ ਕ੍ਰੋਧ ਦੇ ਵਿੱਚ ਆਇਆ ਤੇ ਕ੍ਰੋਧ ਦੇ ਵਿੱਚ ਆ ਕੇ ਭਾਈ ਜੱਟੂ ਨੂੰ ਕਹਿਣ ਲੱਗਿਆ ਕਿ ਜੰਗ ਦੇ ਵਿੱਚ ਜਿੱਤ ਦੀ ਤੂੰ ਇੱਛਾ ਰੱਖਦਾ ਹੈ, ਤੇਰੇ ਮਨ ਦੇ ਵਿੱਚ ਇੱਛਾ ਕਿ ਜੰਗ ਦੇ ਵਿੱਚ ਮੈਂ ਜਿੱਤ ਜਾਵਾਂ, ਤੂੰ ਜੰਗ ਜਿੱਤਣਾ ਚਾਹੁੰਦਾ ਹੈ। ਤੇ ਕਹਿਣ ਲੱਗੇ ਤੂੰ ਰੁਕ ਨਾ ਕਰ, ਮੈਂ ਤੈਨੂੰ ਦੱਸਦਾ ਕਿ ਜੰਗ ਕਿਵੇਂ ਲੜੀਦਾ ਤੇ ਕਿਸ ਤਰ੍ਹਾਂ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਕਰੀਦੀ ਹੈ। ਮਮ ਹਾਥ ਕੇ ਇੱਕ ਤੀਰ ਦੇ ਮਹਿ ਜੀਤ ਜਾਨ ਦੇ ਹੋਂ ਸ਼ੇਖ। ਤੇ ਫਿਰ ਉਸ ਵੇਲੇ ਇਹ ਜਿਹੜਾ ਮੁਹੰਮਦ ਖਾਨ ਸੀ ਕਹਿਣ ਲੱਗਿਆ ਕਿ ਇੱਕ ਮੇਰੇ ਹੱਥ ਦਾ ਤੀਰ ਚਲਾ ਕੇ ਮੈਂ ਵੇਖਦਾ, ਤੇ ਇੱਕ ਤੀਰ ਦੇ ਨਾਲ ਤੇਰੀ ਮੌਤ ਹੋ ਜਾਵੇਗੀ, ਤੇ ਤੂੰ ਇੱਕ ਮੈਨੂੰ ਤੀਰ ਦਾ ਵਾਰ ਦੇਣਾ ਕਰ ਤੇ ਵੇਖਦਾ ਕਿ ਕਿਵੇਂ ਤੂੰ ਉਸ ਤੀਰ ਤੋਂ ਆਪਣੇ ਆਪ ਦਾ ਬਚਾਅ ਕਰਨਾ ਕਰਦਾ। ਸੁਨ ਜੱਟੂ ਬਾਤ ਸੁਨਹਿ ਸਹਾਰ ਲਲਕਾਰ ਪਰਿਓ ਇੱਕ ਬਿਰ ਪੁਕਾਰ। ਕਹਿੰਦੇ ਭਾਈ ਜੱਟੂ ਜਿਹੜਾ ਸੀ ਨਾ, ਉਸ ਵੇਲੇ ਇਹਦੇ ਮੁਹੰਮਦ ਖਾਨ ਦੇ ਵਚਨ ਜਿਹੜੇ ਸਨ ਉਹ ਸੁਣ ਕੇ ਸਹਾਰ ਨਾ ਸਕਿਆ, ਤੇ ਭਾਈ ਜੱਟੂ ਨੇ ਉਸ ਵੇਲੇ ਫਿਰ ਮੁਹੰਮਦ ਖਾਨ ਨੂੰ ਇਸ ਤਰ੍ਹਾਂ ਵੰਗਾਰਨਾ ਕੀਤਾ। ਕਰ ਤਿਆਰ ਤੁਪਕ ਤੈ ਤਾਕ ਲਛ ਗੁਲ ਕਾ ਚਲੀ ਨਿਜ ਦੇਹ ਰਛ। ਤੇ ਫਿਰ ਉਸੇ ਵੇਲੇ ਕਹਿੰਦੇ ਭਾਈ ਜੱਟੂ ਨੇ ਕੀ ਕੀਤਾ, ਬੰਦੂਕ ਦੇ ਵਿੱਚ ਗੋਲੀ ਪਾਈ ਤੇ ਦੇਰੀ ਨਹੀਂ ਕੀਤੀ, ਉਹਦੇ ਵੰਗਾਰਦਿਆਂ ਉਸੇ ਵੇਲੇ ਕਹਿੰਦੇ ਭਾਈ ਜੱਟੂ ਨੇ ਗੋਲੀ ਚਲਾ ਦਿੱਤੀ। ਤਤਕਾਲ ਤੁਰੰਗਮ ਮਾਰ ਲੀਨ ਸਰ ਚਾਂਗ ਤੇ ਸੁਰ ਚਲ ਗੁਨ ਦੀਨ। ਕਹਿੰਦੇ ਇਹ ਜਿਹੜਾ ਤੀਰ ਚਲਾਉਣ ਦਾ ਯਤਨ ਕਰਦਾ ਸੀ ਮੁਹੰਮਦ ਖਾਨ, ਜਿਹੜਾ ਇਹ ਗੱਲ ਕਹਿੰਦਾ ਸੀ ਕਿ ਮੈਂ ਇੱਕ ਤੀਰ ਦੇ ਵਾਰ ਦੇ ਨਾਲ ਤੈਨੂੰ ਖਤਮ ਕਰ ਦੇਵਾਂਗਾ, ਤੂੰ ਮੇਰੇ ਸਾਹਮਣੇ ਖਲੋ ਕੇ ਤੇ ਵੇਖਣਾ ਕਰ। ਭਾਈ ਜੱਟੂ ਨੇ ਜਦੋਂ ਬੰਦੂਕ ਦੀ ਗੋਲੀ ਚਲਾਈ, ਇਹਦੇ ਘੋੜੇ ਨੂੰ ਲੱਗਦੀ, ਘੋੜਾ ਧਰਤੀ 'ਤੇ ਡਿੱਗ ਜਾਂਦਾ, ਘੋੜੇ ਦੀ ਮੌਤ ਹੋ ਜਾਂਦੀ। ਤੇ ਕਹਿੰਦੇ ਉਸ ਵੇਲੇ ਇਹ ਮੁਹੰਮਦ ਖਾਨ ਜਿਹੜਾ ਸੀ ਨਾ, ਇਹਦਾ ਤੀਰ ਚੱਲਿਆ ਨਹੀਂ, ਇਹ ਤੀਰ ਚਲਾ ਨਹੀਂ ਸਕਿਆ। ਧਰ ਖਰੋ ਭਇਓ ਨਿਜ ਕੋ ਸੰਭਾਲ ਤਨ ਖੈਂਚ ਬਾਣ ਭਰ ਕਰ ਪ੍ਰਹਾਰ। ਤੇ ਉਸ ਵੇਲੇ ਮੁਹੰਮਦ ਖਾਨ ਧਰਤੀ 'ਤੇ ਆਪਣੇ ਆਪ ਦੀ ਸੰਭਾਲ ਕਰਕੇ ਖਲੋਤਾ। ਜਦੋਂ ਆਪਣੇ ਆਪ ਦੀ ਸੰਭਾਲ ਕਰਕੇ ਖਲੋਤਾ ਤੇ ਧਨੁੱਖ ਦੇ ਵਿੱਚ ਇਸਨੇ ਤੀਰ ਜੋੜਿਆ, ਤੰਦੀ ਦੇ ਉੱਤੇ ਤੀਰ ਜੋੜਨਾ ਕੀਤਾ ਤੇ ਪੂਰੇ ਜ਼ੋਰ ਦੇ ਨਾਲ ਤੰਦੀ ਨੂੰ ਕੰਨ ਤੱਕ ਖਿੱਚ ਕੇ ਤੇ ਫਿਰ ਇਸਨੇ ਮੁਹੰਮਦ ਖਾਨ ਨੇ ਇਸ ਤਰ੍ਹਾਂ ਤੀਰ ਚਲਾਉਣਾ ਕੀਤਾ। ਛੁੱਟ ਗਇਓ ਸਰਪ ਸਮਝਾਏ ਲਾ ਜੱਟੂ ਪੁਜਾਲ ਕੇ ਬੀਚ ਖਾਬ। ਕਹਿੰਦੇ ਉਸ ਵੇਲੇ ਮੁਹੰਮਦ ਖਾਨ ਦਾ ਚਲਾਇਆ ਹੋਇਆ ਤੀਰ ਜਿਹੜਾ ਸੀ ਨਾ, ਕਹਿੰਦੇ ਸੱਪ ਦੇ ਵਾਂਗੂ ਛੂਕਦਾ ਹੋਇਆ ਜਾਂਦਾ ਹੈ ਤੇ ਭਾਈ ਜੱਟੂ ਦੀ ਬਾਂਹ ਦੇ ਵਿੱਚੋਂ ਲੱਗ ਕੇ ਤੇ ਭਾਈ ਜੱਟੂ ਦੀ ਬਾਂਹ ਦੇ ਵਿੱਚੋਂ ਉਹ ਤੀਰ ਪਾਰ ਹੋ ਜਾਂਦਾ ਹੈ। ਬਿਦ ਗਇਓ ਪਾਰ ਗੁਰ ਰਾਖ ਦੀਨ ਪੁਰ ਅਪਰ ਤੀਰ ਮਾਰਿਓ ਪਰਬੀਨ। ਕਹਿੰਦੇ ਉਸ ਵੇਲੇ ਮੁਹੰਮਦ ਖਾਨ ਨੇ ਕੀ ਕੀਤਾ, ਜਦੋਂ ਪਹਿਲਾ ਤੀਰ ਚਲਾਇਆ ਤੇ ਗੁਰੂ ਨੇ ਇਹੋ ਜੀ ਕਿਰਪਾ ਕੀਤੀ, ਕਹਿੰਦੇ ਜੱਟੂ ਨੂੰ ਉਸ ਵੇਲੇ ਸਤਿਗੁਰੂ ਜੀ ਨੇ ਹੱਥ ਦੇ ਕੇ ਰੱਖਣਾ ਕੀਤਾ। ਪਰ ਕਹਿੰਦੇ ਮੁਹੰਮਦ ਖਾਨ ਨੇ ਕੀ ਕੀਤਾ, ਦੇਰੀ ਨਹੀਂ ਲਾਈ ਤੇ ਦੂਜਾ ਤੀਰ ਉਸ ਵੇਲੇ ਤੰਦੀ 'ਤੇ ਜੋੜਿਆ ਤੇ ਦੂਜਾ ਤੀਰ ਫਿਰ ਉਸ ਵੇਲੇ ਭਾਈ ਜੱਟੂ ਵੱਲ ਚਲਾਉਣਾ ਕੀਤਾ। ਤਹਿ ਸੰਗ ਤੁਰੰਗਮ ਦੀਨ ਗੇ ਜੱਟੂ ਸੁਤਿਆਰ ਪਾਠਾਂਡ ਫੇਰ। ਤੇ ਕਹਿੰਦੇ ਭਾਈ ਜੱਟੂ ਜਿਹੜਾ ਸੀ ਨਾ, ਉਹਦੇ ਘੋੜੇ ਨੂੰ ਤੀਰ ਮਾਰਨਾ ਕੀਤਾ ਤੇ ਉਸ ਵੇਲੇ ਭਾਈ ਜੱਟੂ ਦਾ ਘੋੜਾ ਜਦੋਂ ਮਰ ਜਾਂਦਾ ਧਰਤੀ 'ਤੇ ਡਿੱਗ ਪੈਂਦਾ ਹੈ ਤੇ ਜੱਟੂ ਨੇ ਆਪਣੇ ਆਪ ਦੀ ਸੰਭਾਲ ਕੀਤੀ ਤੇ ਆਪ ਧਰਤੀ ਦੇ ਉੱਤੇ ਖਲੋਣਾ ਕੀਤਾ। ਕਰ ਤੁਪਕ ਤਿਆਰ ਤਾਕੀ ਸੁਬੀਰ ਤਨ ਖੈਂਚ
ਮੁਹੰਮਦ ਤਾਕ ਤੀਰ। ਉਸ ਵੇਲੇ ਫਿਰ ਭਾਈ ਜੱਟੂ ਨੇ ਆਪਣੀ ਬੰਦੂਕ ਤਿਆਰ ਕੀਤੀ। ਤਿਆਰ ਕਰਕੇ ਨਿਸ਼ਾਨਾ ਮੁਹੰਮਦ ਖਾਂ ਨੂੰ ਬਣਾਇਆ। ਮੁਹੰਮਦ ਖਾਂ ਨੂੰ ਨਿਸ਼ਾਨਾ ਬਣਾ ਕੇ ਤੇ ਉਹਦੇ ਵੱਲ ਬੰਦੂਕ ਦੀ ਗੋਲੀ ਚਲਾਉਣੀ ਕੀਤੀ। ਛੁਟ ਪਰੇ ਦਹਨ ਤੇ ਏਕ ਬਾਰ ਇਕ ਗੁਲ ਕਾਉਤ ਤੇ ਸਰ ਪ੍ਰਹਾਰ। ਕਹਿੰਦੇ ਇੱਕੋ ਵਾਰੀ ਇਕੱਠੇ ਹੀ ਇੱਕ ਪਾਸੇ ਤੇ ਮੁਹੰਮਦ ਖਾਂ ਤੀਰ ਚਲਾਉਂਦਾ ਹੈ, ਦੂਸਰੇ ਪਾਸਿਓਂ ਭਾਈ ਜੱਟੂ ਜਿਹੜਾ ਸੀ ਇਸ ਨੇ ਬੰਦੂਕ ਦੀ ਗੋਲੀ ਚਲਾਉਣੀ ਕੀਤੀ। ਦੋਨਾਂ ਪਾਸਿਆਂ ਤੋਂ ਇਕੱਠੇ ਹੀ ਇਹ ਵਾਰ ਹੋ ਜਾਂਦੇ ਨੇ। ਦੋਨੋਂ ਸੁਬੀਰ ਕੇ ਵਾਰ ਦੋਏ ਲਗ ਦੋਹਨ ਅੰਗ ਔਰ ਬਿਦਤ ਸੋਏ। ਦੋਨਾਂ ਹੀ ਸੂਰਮਿਆਂ ਦੇ ਵਾਰ ਜਿਹੜੇ ਸਨ, ਕਹਿੰਦੇ ਜਿਹੜਾ ਮੁਹੰਮਦ ਖਾਂ ਜਿਹੜਾ ਸੀ ਉਹਨੇ ਤੀਰ ਚਲਾਇਆ, ਉਹ ਆ ਕੇ ਭਾਈ ਜੱਟੂ ਦੇ ਲੱਗਦਾ ਹੈ ਤੇ ਭਾਈ ਜੱਟੂ ਦੀ ਚਲਾਈ ਹੋਈ ਬੰਦੂਕ ਦੀ ਗੋਲੀ ਉਹ ਮੁਹੰਮਦ ਖਾਂ ਨੂੰ ਜਾ ਕੇ ਲੱਗਦੀ। ਇੱਕੋ ਵਾਰ ਦੋਨਾਂ ਨੂੰ ਇਹ ਵਾਰ ਲੱਗਦੇ ਨੇ। ਜੱਟੂ ਗਿਰ ਦੇ ਲਗ ਤੀਰ ਪਾਰ ਗਿਰ ਪਰੇ ਘੂਮ ਖੈ ਕੈ ਪਵਾਰ। ਤੇ ਭਾਈ ਜੱਟੂ ਦੀ ਛਾਤੀ ਦੇ ਵਿੱਚ ਤੀਰ ਲੱਗਦਾ ਤੇ ਭਵਾਲੀ ਦੇ ਕੇ ਭਾਈ ਜੱਟੂ ਉਸ ਵੇਲੇ ਧਰਤੀ ਤੇ ਡਿੱਗ ਜਾਂਦਾ। ਉਤ ਲਗੀ ਜਾਏ ਗੁਲ ਕਾ ਪ੍ਰਚੰਡ ਫਟ ਗਇਓ ਤੁੰਡ ਭਟ ਪਿਖਤ ਚੁੰਡ। ਤੇ ਉਸ ਵੇਲੇ ਕੀ ਹੋਇਆ, ਜਿਹੜੀ ਗੋਲੀ ਚਲਾਈ ਸੀ ਨਾ ਭਾਈ ਜੱਟੂ ਨੇ, ਉਹ ਮੁਹੰਮਦ ਖਾਂ ਦੇ ਸਿਰ ਦੇ ਉੱਤੇ ਜਾ ਕੇ ਲੱਗਦੀ ਹੈ ਤੇ ਇਹਦਾ ਸਿਰ ਜਿਹੜਾ ਸੀ ਉਸ ਵੇਲੇ ਉਸਨੇ ਫੋੜ ਦਿੱਤਾ ਤੇ ਇਹ ਮੁਹੰਮਦ ਖਾਂ ਧਰਤੀ ਤੇ ਡਿੱਗਦਾ ਹੈ। ਇਹਦੇ ਸਾਥੀ ਉਸ ਵੇਲੇ ਵੇਖਦੇ ਰਹਿ ਜਾਂਦੇ ਨੇ। ਦੋਨੋਂ ਸੁਬੀਰ ਜੂਝੇ ਜੁਝਾਰ ਦਲ ਦੋਹਨ ਦਿਸ਼ਨ ਤੇ ਭਟ ਨਿਹਾਰ। ਦੋਨੋਂ ਸੂਰਮੇ ਜੂਝੇ, ਦੋਨਾਂ ਸੂਰਮਿਆਂ ਨੇ ਜੰਗ ਕੀਤਾ। ਦੋਨਾਂ ਪਾਸਿਆਂ ਦੇ ਸੂਰਮੇ ਜਿਹੜੇ ਸਨ ਭਾਈ ਜੱਟੂ ਤੇ ਇਹ ਮੁਹੰਮਦ ਖਾਂ ਦਾ ਜੰਗ ਵੇਖਦੇ ਰਹੇ। ਜਦੋਂ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਵਾਰ ਕੀਤਾ, ਜਿਸ ਵੇਲੇ ਦੋਨਾਂ ਦੀ ਮੌਤ ਹੁੰਦੀ ਹੈ। ਅਰ ਅਰਾਏ ਪਰੇ ਉਪਰ ਸੁਤਾਏ ਇੱਕ ਬਾਰ ਖੈਂਚ ਕਰ ਵਾਰ ਘਾਏ। ਤੇ ਦੋਨਾਂ ਪਾਸਿਆਂ ਦੇ ਸੂਰਮਿਆਂ ਨੇ ਉਸ ਵੇਲੇ ਕੀ ਕੀਤਾ, ਕਹਿੰਦੇ ਇੱਕ ਦੂਜੇ ਦੇ ਸਾਹਮਣੇ ਅੜ ਗਏ। ਉਧਰੋਂ ਤੇ ਜਿਹੜੇ ਤੁਰਕ ਸਨ ਉਹਨਾਂ ਨੇ ਤਲਵਾਰਾਂ ਮਿਆਨਾਂ ਦੇ ਵਿੱਚੋਂ ਕੱਢਣੀਆਂ ਕੀਤੀਆਂ। ਇੱਧਰੋਂ ਜਿਹੜੇ ਸਤਿਗੁਰੂ ਜੀ ਦੇ ਸਿੱਖ ਸਨ, ਭਾਈ ਜੱਟੂ ਦੇ ਸਾਥੀ ਸਨ, ਉਹਨਾਂ ਨੇ ਵੀ ਤਲਵਾਰਾਂ ਮਿਆਨਾਂ ਦੇ ਵਿੱਚੋਂ ਕੱਢੀਆਂ ਤੇ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਅੜ ਪਏ ਨੇ। ਲਰ ਮਰਤ ਤੁਰਤ ਨੇ ਅਟਕ ਹੋਤ ਤਰਵਾਰ ਕੇ ਤੋ ਮਰ ਗਏ ਉਦੋਤ। ਕਹਿੰਦੇ ਭਾਵੇਂ ਤੇ ਕਿਸੇ ਨੇ ਤਲਵਾਰ ਪਕੜੀ ਹੈ, ਭਾਵੇਂ ਕਿਸੇ ਨੇ ਬਰਛੀ ਪਕੜੀ ਹੈ, ਨਾ ਤੇ ਤੁਰਕ ਪਿੱਛੇ ਹਟਦੇ ਨੇ, ਨਾ ਸਤਿਗੁਰੂ ਜੀ ਦੇ ਸਿੱਖ ਪਿੱਛੇ ਹਟਦੇ ਨੇ। ਜਾਨ ਚਲੀ ਜਾਵੇ ਬੇਸ਼ੱਕ, ਪਰ ਪਿੱਛੇ ਜੰਗ ਦੇ ਵਿੱਚੋਂ ਕੋਈ ਹਟਣ ਦਾ ਜਿਹੜਾ ਹੈ ਉਸ ਵੇਲੇ ਡਰਦਾ ਨਹੀਂ। ਜੰਗ ਦੇ ਵਿੱਚੋਂ ਪਿੱਛੇ ਕੋਈ ਨਹੀਂ ਹਟਦਾ ਹੈ। ਵਾਰਨ ਪ੍ਰਹਾਰ ਨਹਿ ਦੇਰ ਲਾਏ ਰਿਸ ਭਰੇ ਅਰੇ ਹੀ ਕਟਕ ਖਾਏ। ਤੇ ਕਹਿੰਦੇ ਉਸੇ ਥਾਂ ਤੇ ਸੂਰਮੇ ਜਿਹੜੇ ਸਨ ਇੱਕ ਦੂਜੇ ਦੇ ਨਾਲ ਲੜ ਕੇ ਕੱਟ ਗਏ, ਮਾਰੇ ਗਏ, ਪਰ ਆਪਣੇ ਪੈਰ ਇਹਨਾਂ ਨੇ ਪਿੱਛੇ ਨਹੀਂ ਕਰਨੇ ਕੀਤੇ। ਦਲ ਮਰਿਓ ਕਿਤਕ ਲੋਥਨ ਪਿਥਾਰ ਪਰ ਰਹੇ ਵੀਰ ਬੰਕੇ ਜੁਝਾਰ। ਜਿਹੜੇ ਬੜੇ ਜੁਝਾਰੇ ਸੂਰਮੇ ਸਨ, ਉਹ ਲੜ ਕੇ ਉਹਨਾਂ ਨੇ ਆਪਣੇ ਸਰੀਰ ਤਿਆਗ ਦਿੱਤੇ ਤੇ ਲੋਥਾਂ ਦੇ ਉੱਤੇ ਲੋਥਾਂ ਉਸ ਵੇਲੇ ਚੜ੍ਹ ਜਾਂਦੀਆਂ ਨੇ। ਇੱਕ ਬਾਰ ਮਾਰ ਸਿੱਖਨ ਸੁਕੀਰ ਨਹਿ ਤੁਰਕ ਅਰੇ ਬੜ ਤਰਾਸ ਲੀਨ। ਤੇ ਫਿਰ ਉਸ ਵੇਲੇ ਸਿੱਖਾਂ ਨੇ ਇਹੋ ਜੀ ਮਾਰ ਇੱਕ ਵਾਰੀ ਇਹਨਾਂ ਤੇ ਮਾਰਨੀ ਕੀਤੀ। ਜਿਹੜੇ ਤੁਰਕ ਸਨ ਇਹ ਅੜ ਨਾ ਸਕੇ, ਇਹਨਾਂ ਦੇ ਪੈਰ ਹਿੱਲ ਜਾਂਦੇ ਨੇ। ਉਸ ਵੇਲੇ ਤੁਰਕਾਂ ਨੇ ਪਿੱਛੇ ਦੌੜਨਾ ਸ਼ੁਰੂ ਕਰ ਦਿੱਤਾ। ਜਦੋਂ ਗੁਰਸਿੱਖਾਂ ਨੇ ਬੜੀ ਇਹਨਾਂ ਤੇ ਭਿਆਨਕ ਮਾਰ ਮਾਰਨੀ ਕੀਤੀ। ਗੁਰਬੀਰ ਏਕ 10 ਸ਼ਤਰੂ ਸੰਗ ਠਹਿਰੈ ਨ ਅਗਰ ਭਾਭੀਮ ਜੰਗ। ਇਹੋ ਜਿਹਾ ਭਿਆਨਕ ਜੰਗ ਹੋਇਆ। ਸਤਿਗੁਰੂ ਜੀ ਦਾ ਸੂਰਮਾ ਇੱਕ ਤੇ ਤੁਰਕਾਂ ਦੇ ਸੂਰਮੇ ਜਿਹੜੇ ਸਨ ਉਹ 10, ਕਿਉਂ ਉਹਨਾਂ ਦੀ ਗਿਣਤੀ ਸੀ 1000। ਇੱਕ ਉਹਨਾਂ ਦਾ ਜਥੇਦਾਰ ਜਿਹੜਾ ਸੀ ਹਜ਼ਾਰ ਸੂਰਮਿਆਂ ਨੂੰ ਲੈ ਕੇ ਆਇਆ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਾਈ ਜੱਟੂ ਨੂੰ ਭੇਜਿਆ ਤੇ ਨਾਲ 100 ਸੂਰਮੇ ਸਨ। ਕਹਿੰਦੇ ਇੱਕ ਦੇ ਬਰਾਬਰ ਕਹਿੰਦੇ 10 ਆਉਂਦੇ ਸਨ, ਜਿਸ ਕਾਰਨ ਕਰਕੇ ਇਹਨਾਂ ਨੇ ਬੜਾ ਭਿਆਨਕ ਜੰਗ ਜਿਹੜਾ ਸੀ ਕਰਨਾ ਕੀਤਾ। ਬਹੁ ਕਰੀ ਮਾਰ ਕਲਿਆਣ ਵੀਰ ਤੋਂ ਮਰਦ ਪੰਗ ਤਰਵਾਰ ਤੀਰ। ਤੇ ਭਾਈ ਜਿਹੜਾ ਕਲਿਆਣਾ ਸੀ ਨਾ, ਉਸ ਵੇਲੇ ਇਹਨੇ ਬੜੀ ਮਾਰ ਮਾਰਨੀ ਕੀਤੀ।
ਭਾਵੇਂ ਤੇ ਬੰਦੂਕਾਂ ਦੀਆਂ ਗੋਲੀਆਂ ਚਲਾਈਆਂ ਭਾਈ ਕਲਿਆਣੇ ਨੇ, ਭਾਵੇਂ ਤੀਰ ਚਲਾਉਣੇ ਕੀਤੇ, ਭਾਵੇਂ ਮਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਉਹਦੇ ਨਾਲ ਸੂਰਮਿਆਂ ਨੂੰ ਮਾਰਨਾ ਕੀਤਾ। ਕਹਿੰਦੇ ਭਾਈ ਕਲਿਆਣੇ ਨੇ ਬੜਾ ਭਿਆਨਕ ਜੰਗ ਕਰਨਾ ਕੀਤਾ। ਦੋਹਰਾ ਤੁਰਕ ਤਰਾਸ ਧਰ ਜਬ ਭਜੇ, ਦੇਖੇ ਅਬਦੁਲ ਖਾਨ। ਤੇ ਜਿਸ ਵੇਲੇ ਤੁਰਕ ਜਿਹੜੇ ਸਨ ਸਿੱਖਾਂ ਤੋਂ ਡਰਦੇ ਹੋਏ ਮੈਦਾਨ ਛੱਡ ਕੇ ਦੌੜਦੇ ਨੇ ਨਾ, ਤੇ ਅਬਦੁਲ ਖਾਨ ਜਿਹੜਾ ਸੂਬਾ ਸੀ ਜਲੰਧਰ ਦਾ, ਜਦੋਂ ਇਸ ਨੇ ਆਪਣੇ ਭੱਜਦੇ ਹੋਏ ਜਿਹੜੇ ਸੂਰਮੇ ਸਨ ਉਹਨਾਂ ਨੂੰ ਵੇਖਣਾ ਕੀਤਾ। ਬੜੋ ਕ੍ਰੋਧ ਕਰ ਤਪ ਗਇਓ, ਬੋਲਿਓ ਦੁਸ਼ਟ ਮਹਾਨ। ਕਹਿੰਦੇ ਅਬਦੁਲ ਖਾਨ ਬੜੇ ਕ੍ਰੋਧ ਦੇ ਵਿੱਚ, ਬੜੇ ਗੁੱਸੇ ਦੇ ਵਿੱਚ ਆਇਆ। ਗੁੱਸੇ ਦੇ ਵਿੱਚ ਆ ਕੇ ਕਹਿੰਦੇ ਤਪ ਗਿਆ। ਤੇ ਉਸ ਵੇਲੇ ਇਹ ਦੁਸ਼ਟ ਇਸ ਤਰ੍ਹਾਂ ਤੁਰਕਾਂ ਨੂੰ ਬੋਲਦਾ ਹੈ, ਆਪਣੇ ਸਾਥੀਆਂ ਨੂੰ ਇਸ ਤਰ੍ਹਾਂ ਬੋਲਣਾ ਇਹਨੇ ਸ਼ੁਰੂ ਕਰ ਦਿੱਤਾ। ਬੈਰਮ ਖਾਨ ਕੋ ਤੀਰ ਬੁਲਾਏ ਕੈ, ਕੋਪ ਕੋ ਧਾਰ ਪਇਓ ਸਮਦਾਈ। ਉਸ ਵੇਲੇ ਜਿਹੜਾ ਬੈਰਮ ਖਾਂ ਸੀ ਨਾ, ਇਹ ਵੀ ਬੜਾ ਬਹਾਦਰ ਸੂਰਮਾ ਸੀ। ਜਦੋਂ ਅਬਦੁਲ ਖਾਨ ਨੇ ਜੰਗ ਲੜਨ ਦੀ ਗੱਲ ਕੀਤੀ ਸੀ ਤੇ ਬੈਰਮ ਖਾਂ ਇਹ ਆਖਦਾ ਸੀ ਕਿ ਸਤਿਗੁਰੂ ਜੀ ਨੂੰ ਪਕੜਨਾ ਜਾਂ ਸਤਿਗੁਰੂ ਜੀ ਨੂੰ ਮਾਰਨਾ ਕਿਹੜਾ ਔਖਾ ਹੈ। ਤੇ ਉਸ ਵੇਲੇ ਫਿਰ ਬੈਰਮ ਖਾਨ ਨੂੰ ਇਸ ਨੇ ਆਪਣੇ ਕੋਲ ਬੁਲਾਉਣਾ ਕੀਤਾ। ਆਪਣੇ ਕੋਲ ਬੁਲਾ ਕੇ ਬੈਰਮ ਖਾਨ ਨੂੰ ਇਸ ਤਰ੍ਹਾਂ ਅਬਦੁਲ ਖਾਂ ਕਹਿਣ ਲੱਗਿਆ, ਕਿਉ ਨਾ ਥਿਰੋ ਸੰਗਰਾਮ ਕਰਿਓ, ਅਬ ਭਾਜ ਕੇ ਜਾਹੋਗੇ ਕੌਣ ਸੇ ਥਾਈ। ਤੇ ਬੈਰਮ ਖਾਨ ਨੂੰ ਅਬਦੁਲ ਖਾਂ ਕਹਿਣ ਲੱਗਿਆ ਕਿ ਕਿਉਂ ਹੁਣ ਤੁਸੀਂ ਮੈਦਾਨ ਦੇ ਵਿੱਚ ਟਿਕਦੇ ਨਹੀਂ, ਕਿਉਂ ਸਤਿਗੁਰੂ ਜੀ ਦੇ ਸਿੱਖਾਂ ਦੇ ਨਾਲ ਜੰਗ ਲੜਦੇ ਨਹੀਂ, ਭੱਜ ਕੇ ਕਿੱਥੇ ਜਾਵੋਗੇ, ਕਿੱਥੇ ਬਚ ਕੇ ਤੁਸੀਂ ਆਪਣਾ ਆਪ ਬਚਾ ਕੇ ਕਿੱਥੇ ਜਾਣਾ ਕਰੋਗੇ। ਹੁਣ ਤੇ ਬਚ ਨਹੀਂ ਸਕਦੇ, ਹੁਣ ਸਾਹਮਣੇ ਹੋ ਕੇ ਜੰਗ ਲੜਨਾ ਕਰੋ। ਕਿਆ ਤੁਮ ਲਾਜ ਪੈ ਗਾਜ ਪਰੀ, ਬਹੁ ਬੋਲਤ ਥੇ ਮਿਲ ਕੇ ਅਗਵਾਈ। ਤੇ ਅਬਦੁਲ ਖਾਂ ਬੈਰਮ ਖਾਨ ਨੂੰ ਕਹਿਣ ਲੱਗਿਆ ਕਿ ਹੁਣ ਤੁਹਾਡੀ ਉਹ ਬਹਾਦਰੀ ਕਿੱਥੇ ਚਲੀ ਗਈ, ਹੁਣ ਤੁਸੀਂ ਸ਼ਰਮਸਾਰ ਨਹੀਂ ਹੁੰਦੇ ਮੈਦਾਨ ਦੇ ਵਿੱਚੋਂ ਦੌੜਦੇ। ਉਦੋਂ ਤੇ ਬੜੀ ਬਹਾਦਰੀ ਦੀਆਂ ਗੱਲਾਂ ਕਰਦੇ ਸੀ। ਉਸ ਵੇਲੇ ਤੇ ਇਹ ਗੱਲ ਆਖਦੇ ਸੀ ਕਿ ਕਿੱਥੇ ਹੈ ਸਤਿਗੁਰੂ ਜੀ, ਸਤਿਗੁਰੂ ਜੀ ਨੂੰ ਹੁਣੇ ਪਕੜਦੇ ਆਉਂਦੇ ਆ, ਸਤਿਗੁਰੂ ਜੀ ਨੂੰ ਹੁਣੇ ਮਾਰ ਦਿੰਦੇ ਆ। ਤੇ ਉਹ ਬਹਾਦਰੀ ਤੁਹਾਡੀ ਕਿੱਥੇ ਚਲੀ ਗਈ, ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਦਾਨ ਦੇ ਵਿੱਚੋਂ ਦੌੜਦੇ ਆ। ਕਹਿੰਦੇ ਇਸ ਤਰ੍ਹਾਂ ਅਬਦੁਲ ਖਾਨ ਨੇ ਬੜੇ ਕ੍ਰੋਧ ਦੇ ਵਿੱਚ ਆ ਕੇ ਬੈਰਮ ਖਾਨ ਨੂੰ ਕਹਿਣਾ ਕੀਤਾ। ਕੌਣ ਅਰੇ ਹਮ ਸੰਗ ਮਹਾਭਗ, ਹੋਰੇ ਸਿੱਖਨ ਦੀਨੋ ਬਲਾਈ। ਤੇ ਅਬਦੁਲ ਖਾਂ ਬੈਰਮ ਖਾਨ ਨੂੰ ਕਹਿਣ ਲੱਗਿਆ ਕਿ ਤੂੰ ਤੇ ਇਹ ਗੱਲ ਆਖਦਾ ਸੈਂ ਕਿ ਮੇਰੇ ਨਾਲ ਕੌਣ ਅੜ ਸਕਦਾ ਹੈ, ਸਤਿਗੁਰੂ ਜੀ ਦੇ ਕੋਲ ਗਿਣਤੀ ਦੇ ਸਿੱਖ ਨੇ, ਉਹ ਕਿਵੇਂ ਜੰਗ ਕਰਨਗੇ, ਅਸੀਂ ਜਾਂਦੇ ਹੀ ਮਾਰ ਲੈਣਾ, ਜਾਂਦੇ ਹੀ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਲੈਣੀ ਹੈ। ਤੂੰ ਤੇ ਇਹੋ ਜਿਹੀਆਂ ਉਸ ਵੇਲੇ ਗੱਲਾਂ ਕਰਦਾ ਸੀ। ਤੂਰਨ ਤੂਰਨ ਕੋ ਕਰ ਜਾਹੋ, ਸਵੈ ਭਟ ਰੋਕੋ ਦੈ ਲਲਕਾਰਾ। ਤੇ ਫਿਰ ਕਹਿੰਦੇ ਉਸ ਵੇਲੇ ਬੈਰਮ ਖਾਨ ਨੂੰ ਇਹਨੇ ਝਿੜਕਣਾ ਕੀਤਾ ਅਬਦੁਲ ਖਾਂ ਨੇ। ਅਬਦੁਲ ਖਾਂ ਕਹਿਣ ਲੱਗਿਆ ਕਿ ਹੁਣੇ ਜਾ ਤੇ ਜੰਗ ਦੇ ਵਿੱਚ ਜਿਹੜੇ ਸੂਰਮੇ ਦੌੜ ਗਏ ਨੇ ਨਾ, ਉਹਨਾਂ ਨੂੰ ਰੋਕ ਕੇ ਤੇ ਫਿਰ ਲੈ ਕੇ ਆਉਣਾ ਕਰ। ਬੈਰਮ ਖਾਨ ਸੁਨੇ ਬਚਬਾਨ ਸੇ, ਕ੍ਰੋਧ ਭਇਓ ਲੈ ਜਾਏ ਸਹਾਰਾ। ਤੇ ਬੈਰਮ ਖਾਨ ਨੇ ਜਿਸ ਵੇਲੇ ਇਹਦੀਆਂ ਗੱਲਾਂ ਸੁਣੀਆਂ ਅਬਦੁਲ ਖਾਂ ਦੀਆਂ, ਕਹਿੰਦੇ ਤੀਰ ਵਾਂਗੂ ਇਹਨੂੰ ਲੱਗੀਆਂ। ਕਹਿੰਦੇ ਇਹਦੇ ਬਚਨਾਂ ਨੂੰ, ਇਹਦੀਆਂ ਗੱਲਾਂ ਨੂੰ, ਅਬਦੁਲ ਖਾਂ ਦੀਆਂ ਨੂੰ ਇਹ ਸਹਾਰ ਨਾ ਸਕਿਆ ਬੈਰਮ ਖਾਂ ਉਸ ਵੇਲੇ। ਲੈ ਬਲ ਕੋ ਉਮਟਿਓ ਇੱਕ ਵਾਰ ਹੀ, ਪੀ ਸਕਤੇ ਦਾਨਤਨ ਕੋ ਬਲ ਧਾਰਾ। ਕਹਿੰਦੇ ਉਸੇ ਵੇਲੇ ਬੈਰਮ ਖਾਂ ਜਿਹੜੇ ਇਹਦੇ ਨਾਲ 1000 ਸੂਰਮੇ ਸਨ, ਉਹਨਾਂ ਨੂੰ ਲੈ ਕੇ ਦੰਦ ਪੀਸਦਾ ਹੋਇਆ ਬੜੇ ਕ੍ਰੋਧ ਦੇ ਵਿੱਚ ਆ ਕੇ ਅੱਗੇ ਵਧਿਆ ਜੰਗ ਲੜਨ ਵਾਸਤੇ। ਆਏ ਪਰਿਓ ਗਨ ਸਿੱਖਨ ਪੈ, ਫਿਰ ਹੋਤ ਭਏ ਵੱਡ ਵੀਰ ਜੁਝਾਰਾ। ਤੇ ਕਹਿੰਦੇ ਇਹ ਬੜਾ ਬਹਾਦਰ ਸੂਰਮਾ ਸੀ ਬੈਰਮ ਖਾਂ। ਬੈਰਮ ਖਾਂ ਸਿੱਖਾਂ ਦੇ ਉੱਤੇ ਆ ਕੇ ਟੁੱਟ ਕੇ ਪੈ ਜਾਂਦਾ ਹੈ। ਸਿੱਖਾਂ ਦੇ ਉੱਤੇ ਆ ਕੇ ਇਹਨੇ ਬੜੀ ਬਹਾਦਰੀ ਦੇ ਨਾਲ ਹਮਲਾ ਕਰਨਾ ਕੀਤਾ। ਮਾਰਕ ਫੰਗਨ ਮਾਚੀ ਘਨੀ, ਨ ਅਰੇ ਸਿੱਖ ਬੈਰਮ ਖਾਨ ਬਜਾਏ। ਤੇ ਕਹਿੰਦੇ ਉਸ ਵੇਲੇ ਇਹੋ ਜੀ ਬੰਦੂਕਾਂ ਦੀ ਮਾਰ ਮਾਰਨੀ ਕੀਤੀ, ਤੀਰਾਂ ਦੀ ਮਾਰ ਮਾਰਨੀ ਕੀਤੀ। ਕਹਿੰਦੇ ਬੈਰਮ ਖਾਨ ਨੇ ਸਤਿਗੁਰੂ ਜੀ ਦੇ ਸਿੱਖਾਂ ਨੂੰ ਉਸ ਵੇਲੇ ਮੈਦਾਨ ਦੇ ਵਿੱਚੋਂ ਦੌੜਾ ਦਿੱਤਾ, ਭਜਾ ਦਿੱਤਾ। ਸਿੱਖਾਂ ਦੇ ਵਿੱਚ ਹਿੰਮਤ ਨਾ ਰਹੀ ਕਿ ਬੈਰਮ ਖਾਨ ਦੇ ਸਾਹਮਣੇ ਟਿਕ ਸਕਣ।
ਤੋਮਰ ਤੀਰਨ ਸੋ ਗੁਲਕਾਨ ਕਰੀ ਬਰਖਾ ਇੱਕ ਸਾਥ ਦਵਾਏ। ਉਸ ਵੇਲੇ ਕਹਿੰਦੇ ਤੋਮਰ ਕਹਿੰਦੇ ਬਰਛੀਆਂ ਨੂੰ, ਬਰਛੀਆਂ ਦੇ ਨਾਲ, ਤੀਰਾਂ ਦੇ ਨਾਲ, ਬੰਦੂਕਾਂ ਦੇ ਨਾਲ, ਤਲਵਾਰਾਂ ਦੇ ਨਾਲ ਇਹੋ ਜਿਹੀ ਮਾਰ ਮਾਰਨੀ ਕੀਤੀ ਇੱਕੋ ਵਾਰੀ। ਕਹਿੰਦੇ ਉਸ ਵੇਲੇ ਸਤਿਗੁਰੂ ਜੀ ਦੇ ਸਿੱਖ ਜਿਹੜੇ ਸਨ ਉਹ ਟਿਕ ਨਾ ਸਕੇ ਬੈਰਮਖਾਂ ਦੇ ਸਾਹਮਣੇ। ਦੋਨੋਂ ਕੀ ਦਿਸ਼ ਤੇ ਮਰ ਗਏ ਭਟ, ਹੋਰ ਵਿਮਾਨ ਚੜੇ ਮੁਦ ਪਾਏ। ਕਹਿੰਦੇ ਦੋਨੋਂ ਦਿਸ਼ਾਵਾਂ ਦੇ ਸੂਰਮੇ ਜਿਹੜੇ ਸਨ ਉਸ ਵੇਲੇ ਜੰਗ ਦੇ ਵਿੱਚ ਮਾਰੇ ਗਏ, ਤੇ ਜਿਹੜੇ ਸਨਮੁਖ ਹੋ ਕੇ ਲੜ ਕੇ ਜੰਗ ਦੇ ਵਿੱਚ ਮਰਦੇ ਨੇ, ਕਹਿੰਦੇ ਕਿ ਉਹ ਵਿਮਾਨ ਦੇ ਵਿੱਚ ਬੈਠ ਕੇ ਉਹਨਾਂ ਨੂੰ ਸਵਰਗਾਂ ਦੇ ਵਿੱਚ ਥਾਂ ਪ੍ਰਾਪਤ ਹੁੰਦੀ ਹੈ। ਇਹ ਸੂਰਮੇ ਜਿਹੜੇ ਸਨ ਸਵਰਗਾਂ ਦੇ ਵਿੱਚ ਚਲੇ ਗਏ। ਦੋਨਾਂ ਪਾਸਿਆਂ ਦੇ ਸੂਰਮੇ ਜਿਹੜੇ ਬਹਾਦਰੀ ਦੇ ਨਾਲ ਜੰਗ ਲੜ ਕੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਕੀਤੀਆਂ। ਦੇਹ ਤਜੀ ਸਭ ਪਾਪਨ ਕੇ ਜੁਟ, ਪੁਨ ਸਰੀਰ ਕੋ ਧਾਰ ਸਦਾਏ। ਕਹਿੰਦੇ ਭਾਵੇਂ ਜਿੰਨੇ ਮਰਜ਼ੀ ਪਾਪ ਕਰਮ ਕੀਤੇ ਸਨ, ਜਿਨ੍ਹਾਂ ਨੇ ਜੰਗ ਲੜ ਕੇ ਆਪਣੇ ਸਰੀਰ ਛੱਡਣੇ ਕੀਤੇ, ਕਹਿੰਦੇ ਇਹਨਾਂ ਦੇ ਸਰੀਰ ਪੁੰਨੀ ਬਣ ਗਏ ਤੇ ਇਹ ਸੰਸਾਰ ਦੇ ਵਿੱਚੋਂ ਮੁਕਤ ਹੋ ਕੇ ਜਾਂਦੇ ਨੇ। ਸ਼੍ਰੀ ਹਰਿ ਗੋਬਿੰਦ ਵੀਰ ਬਹਾਦਰ, ਆਦਰ ਤੇ ਮਥੁਰਾ ਢਿਗ ਹੇਰਾ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬੜੇ ਬਹਾਦਰ ਨੇ। ਸਤਿਗੁਰੂ ਜੀ ਨੇ ਜਦੋਂ ਵੇਖਿਆ ਨਾ ਕਿ ਇਹ ਬੈਰਮਖਾਂ ਨੇ ਬੜੀ ਮਾਰ ਮਾਰਨੀ ਕੀਤੀ ਹੈ ਸਿੱਖਾਂ ਤੇ ਸਤਿਗੁਰੂ ਜੀ ਦੇ ਕੋਲ ਗੁਰੂ ਦਾ ਸਿੱਖ ਸੀ ਭਾਈ ਮਥਰਾ, ਤੇ ਸਤਿਗੁਰੂ ਜੀ ਉਹ ਭਾਈ ਮਥਰੇ ਵੱਲ ਵੇਖ ਕੇ ਤੇ ਇਸ ਤਰ੍ਹਾਂ ਦੇ ਬਚਨ ਕਰਦੇ ਨੇ। ਜਾਗ ਬਲੀ ਇਹ ਖਾਨ ਜੋ ਆਵਤ, ਮਾਰਤ ਹੈ ਉਰ ਕ੍ਰੋਧ ਘਨੇਰਾ। ਸਤਿਗੁਰੂ ਜੀ ਕਹਿਣ ਲੱਗੇ ਕਿ ਉਸ ਵੇਲੇ ਇਹਨੂੰ ਮਥਰੇ ਨੂੰ ਕਹਿਣ ਲੱਗੇ ਤੂੰ ਬੜਾ ਬਹਾਦਰ ਸੂਰਮਾ ਹੈ। ਉਹ ਸਾਹਮਣੇ ਵੇਖ ਜਿਹੜਾ ਖਾਨ ਤੁਰਿਆ ਆਉਂਦਾ ਨਾ, ਜਿਹੜਾ ਸਿੱਖਾਂ ਨੂੰ ਮਾਰਦਾ, ਸਿੱਖਾਂ ਨੂੰ ਮੈਦਾਨ ਦੇ ਵਿੱਚੋਂ ਦੌੜਾਈ ਜਾਂਦਾ, ਉਹਦੇ ਵੱਲ ਵੇਖਣਾ ਕਰ। ਰੋਕ ਹੋ ਅਗਰ ਹੋਤੋ ਕਰ ਜੰਗ, ਕਹਾਵਤ ਹੈ ਇਹ ਵੀਰ ਵਡੇਰਾ। ਤੇ ਸਤਿਗੁਰੂ ਜੀ ਭਾਈ ਮਥਰੇ ਨੂੰ ਕਹਿਣ ਲੱਗੇ ਕਿ ਮਥਰਿਆ, ਇਹ ਜਿਹੜਾ ਬੈਰਮਖਾਂ ਹੈ ਨਾ, ਇਹ ਬੜਾ ਬਹਾਦਰ ਸੂਰਮਾ ਆਪਣੇ ਆਪ ਨੂੰ ਅਖਵਾਉਂਦਾ ਹੈ, ਤੇ ਜਾਂ ਤੂੰ ਇਹਦੇ ਨਾਲ ਜਾ ਕੇ ਜੰਗ ਲੜਨਾ ਕਰ, ਜਾਂ ਇਹਨੂੰ ਰੋਕਣਾ ਕਰ, ਇਹਨੂੰ ਇੱਥੇ ਹੀ ਰੋਕ ਦੇ ਜਿੱਥੇ ਉਹ ਜੰਗ ਲੜਦਾ ਨਾ, ਉਹਨੂੰ ਅੱਗੇ ਨਾ ਵਧਣ ਦੇ। ਮਾਰੇ ਘਨੇ ਘਟ ਨਾ ਟਿਕਿਓ ਕਿਤ, ਕਾਟਕ ਹਾਥ ਗਈ ਸ਼ਮਸ਼ੀਰਾ। ਤੇ ਸਤਿਗੁਰੂ ਜੀ ਦੱਸਦੇ ਨੇ ਭਾਈ ਮਥਰੇ ਨੂੰ, ਕਹਿਣ ਲੱਗਿਆ ਕਿ ਇਹਨੂੰ ਕੋਈ ਰੋਕ ਨਹੀਂ ਸਕਿਆ, ਨਾ ਕਿਸੇ ਦੇ ਰੋਕਿਆਂ ਇਹ ਰੁਕਿਆ, ਤੇ ਬਹੁਤ ਸਾਰੇ ਇਹਨੇ ਸਿੱਖਾਂ ਨੂੰ, ਬਹੁਤ ਸਾਰੇ ਸੂਰਮਿਆਂ ਨੂੰ ਮਾਰਿਆ, ਬਹੁਤ ਸਾਰਿਆਂ ਦੇ ਇਹਨੇ ਹੱਥ ਵੱਢ ਦਿੱਤੇ ਨੇ। ਤਲਵਾਰ ਦੇ ਨਾਲ ਸੂਰਮਿਆਂ ਨੂੰ ਵੱਢਦਾ ਹੋਇਆ ਅੱਗੇ ਤੁਰਿਆ ਆਉਂਦਾ, ਤੇ ਇਹਨੂੰ ਜਾ ਕੇ ਰੋਕਣਾ ਕਰ। ਸਾਦਰ ਸ੍ਰੀ ਗੁਰ ਤੇ ਸੁਨ ਕੇ, ਮਥੁਰਾ ਮਨ ਆਨੰਦ ਕੋ ਪੁਜਾਏ। ਕਹਿੰਦੇ ਜਦੋਂ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਮਥਰੇ ਦੇ ਨਾਲ ਬਚਨ ਕੀਤੇ ਨਾ, ਭਾਈ ਮਥਰਾ ਸਤਿਗੁਰੂ ਜੀ ਦੇ ਬਚਨ ਸੁਣ ਕੇ ਬੜਾ ਆਨੰਦ ਦੇ ਵਿੱਚ ਆ ਜਾਂਦਾ ਹੈ। ਇਹਨੂੰ ਬੜਾ ਉਸ ਵੇਲੇ ਸਕੂਨ ਪ੍ਰਾਪਤ ਹੁੰਦਾ ਹੈ ਜਦੋਂ ਸਤਿਗੁਰੂ ਜੀ ਦੇ ਬਚਨ ਸੁਣਦਾ ਹੈ। ਆਪ ਸਹਾਏ ਕਰੋ ਪ੍ਰਭ ਪੂਰਨ, ਮਾਰਤ ਹੋ ਇਸ ਕੋ ਤਲਾਏ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਮੇਰੇ ਵਿੱਚ ਕੀ ਤਾਕਤ ਹੈ, ਜੇ ਤੁਸੀਂ ਮੇਰੀ ਸਹਾਇਤਾ ਕਰੋ ਨਾ, ਮੇਰੀ ਮਦਦ ਕਰੋ, ਮੇਰੇ ਤੇ ਆਪਣੀ ਕਿਰਪਾ ਕਰ ਦੇਵੋ, ਆਪਣੀ ਬਖਸ਼ਿਸ਼ ਦਾ ਹੱਥ ਮੇਰੇ ਸਿਰ ਤੇ ਰੱਖ ਦੇਵੋ। ਇਹ ਕੀ ਹੈ, ਇਹਨੂੰ ਮਾਰਨਾ ਕੋਈ ਔਖਾ ਨਹੀਂ, ਇਹਨੂੰ ਮੈਂ ਇੱਕ ਛਿਨ ਦੇ ਵਿੱਚ ਸਤਿਗੁਰੂ ਜੀ ਜਾ ਕੇ ਮਾਰ ਦਿੰਦਾ। ਕਿਆ ਇਹ ਗੀਤੀ ਗਵਾਰ ਆਹੇ ਗਨ, ਕਾਲ ਕੇ ਪ੍ਰੇਰੇ ਚਲੇਤ ਆਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਭਾਈ ਮਥਰਾ ਕਹਿਣ ਲੱਗਿਆ ਕਿ ਸਤਿਗੁਰੂ ਜੀ, ਇਹ ਤੇ ਗੀਦੀ ਨੇ, ਡਰਪੋਕ ਨੇ, ਗਵਾਰ ਨੇ, ਇਹ ਕਾਲ ਦੇ ਪ੍ਰੇਰੇ ਹੋਏ ਇੱਧਰ ਚੱਲ ਕੇ ਆਏ ਨੇ, ਇਹ ਵਿਚਾਰੇ ਕੀ ਨੇ, ਇਹਨਾਂ ਨੂੰ ਮਾਰਨਾ ਕੋਈ ਔਖਾ ਨਹੀਂ ਜੇ ਤੁਹਾਡੀ ਸਤਿਗੁਰੂ ਜੀ ਕਿਰਪਾ ਹੋ ਜਾਵੇ। ਰਾਵਣ ਕੇ ਬਲ ਦੇ ਪ੍ਰਤਾਪ ਤੇ, ਸ਼ਾਹਜਹਾਂ ਕੋ ਗਹਿ ਹਮ ਜਾਏ। ਤੇ ਭਾਈ ਮਥਰਾ ਕਹਿਣ ਲੱਗਿਆ ਕਿ ਸਤਿਗੁਰੂ ਜੀ ਜੇ ਤੁਸੀਂ ਕਿਰਪਾ ਕਰ ਦੇਵੋ ਨਾ, ਤੁਹਾਡਾ ਬਖਸ਼ਿਸ਼ ਦਾ ਹੱਥ ਸਾਡੇ ਸਿਰ ਦੇ ਉੱਤੇ ਹੋਵੇ। ਇਹ ਵਿਚਾਰਾ ਕੀ ਹੈ ਬੈਰਮਖਾਂ, ਸਤਿਗੁਰੂ ਜੀ ਨੂੰ ਕਹਿਣ ਲੱਗਿਆ ਭਾਈ ਮਥਰਾ ਕਿ ਅਸੀਂ ਤੇ ਸ਼ਾਹਜਹਾਂ ਨੂੰ ਵੀ ਨਹੀਂ ਛੱਡਦੇ, ਸ਼ਾਹਜਹਾਂ ਨੂੰ ਵੀ ਜਾ ਕੇ ਸਤਿਗੁਰੂ ਜੀ ਖਤਮ ਕਰ ਦਈਏ ਜੇ ਤੁਸੀਂ ਕਿਰਪਾ ਕਰ ਦੇਵੋ ਤਾਂ। ਯੋਂ ਕਹਿ ਕੇ ਗੁਰ ਆਇਸ ਲੈ, ਕਰ ਬੰਦਨ ਕੋ ਹੈ ਤੇਜ ਕਰਿਓ। ਕਹਿੰਦੇ ਇਸ ਤਰ੍ਹਾਂ ਦੇ ਬਚਨ ਬਿਲਾਸ ਸਤਿਗੁਰੂ ਜੀ ਦੇ ਨਾਲ ਕਰਕੇ ਭਾਈ ਮਥਰੇ ਨੇ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਸਤਿਗੁਰੂ ਜੀ ਤੋਂ ਆਗਿਆ ਲਈ ਤੇ ਆਪਣੇ ਘੋੜੇ ਨੂੰ ਉਸ ਵੇਲੇ ਤੇਜ਼ ਕਰਨਾ ਕੀਤਾ।
ਚਾਰ ਸੈ ਸੂਰ ਚਲੇ ਜੈ ਸੰਗ ਸੋ ਮਾਰ ਹੀ ਮਾਰ ਕੋ ਸ਼ੇਰ ਪਰਿਓ। ਤੇ ਉਸ ਵੇਲੇ ਭਾਈ ਮੱਥਰੇ ਦੇ ਨਾਲ 400 ਸੂਰਮੇ ਚੱਲੇ ਨੇ ਤੇ ਭਾਈ ਮੱਥਰਾ ਉਸ ਵੇਲੇ ਮਾਰ ਲੋ ਕਹਿੰਦਾ ਹੋਇਆ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਅੱਗੇ ਵਧਿਆ। ਦੀਹ ਦਮਾਮਨ ਚੋਬ ਲਗੇ ਸੁਨ ਵੀਰਨ ਕੈ ਉਰ ਮੋਦ ਭਰਿਓ। ਤੇ ਜਦੋਂ ਨਗਾਰਿਆਂ ਦੇ ਉੱਤੇ ਚੋਭਾਂ ਲੱਗੀਆਂ, ਮਾਰੂ ਵਾਜੇ ਵੱਜੇ ਤੇ ਸੂਰਮਿਆਂ ਦੇ ਅੰਦਰ ਉਸ ਵੇਲੇ ਉਤਸ਼ਾਹ ਭਰ ਗਿਆ। ਬੜੇ ਉਤਸ਼ਾਹ ਦੇ ਨਾਲ ਸੂਰਮੇ ਅੱਗੇ ਵਧੇ। ਤੇਜ ਤੁਰੰਗ ਸੰਭਾਗਤ ਫੰਗਨ ਜੰਗ ਰਚਿਓ ਉਤਸ਼ਾਹ ਧਰਿਓ। ਕਹਿੰਦੇ ਉਸ ਵੇਲੇ ਘੋੜੇ ਸੂਰਮਿਆਂ ਨੇ ਤੇਜ਼ ਕੀਤੇ, ਹਥਿਆਰ ਆਪਣੇ ਹੱਥਾਂ ਦੇ ਵਿੱਚ ਲੈਣੇ ਕੀਤੇ ਤੇ ਸੂਰਮੇ ਉਸ ਵੇਲੇ ਅੱਗੇ ਵਧਦੇ ਜਾਂਦੇ ਨੇ। ਬੈਰਮ ਖਾਨ ਹੁਤੋ ਜਿਸ ਥਾਨ ਕਰੈ ਪਟਹਾਨ ਕਿਉ ਤਹਿ ਢਾਏ। ਜਿਸ ਪਾਸੇ ਬੈਰਮ ਖਾਂ ਸਤਿਗੁਰੂ ਜੀ ਦੇ ਸੂਰਮਿਆਂ ਦੇ ਉੱਤੇ ਮਾਰ ਮਾਰਦਾ ਸੀ ਨਾ, ਭਾਈ ਮੱਥਰਾ ਆਪਣੇ ਸੂਰਮਿਆਂ ਨੂੰ ਲੈ ਕੇ ਉਸ ਪਾਸੇ ਵਧਿਆ। ਤੇ ਜਿਵੇਂ ਭਾਈ ਮੱਥਰਾ ਇਹ ਬੈਰਮ ਖਾਂ ਦੇ ਨਾਲ ਜੰਗ ਕਰੇਗਾ, ਸੋ ਪਾਵਨ ਜਸ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸ਼ਰਵਣ ਕਰਾਂਗੇ। ਆਪ ਜੀ ਦੇ ਨਾਲ ਵਿਚਾਰਾਂ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾਫ ਕਰਨੀਆਂ। ਸੰਗਤ ਤੇ ਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, है पी होवन हार। हे संता